ਸਾਡੇ ਸੂਬੇ ਦੀ ਸਰਕਾਰ ਨੇ ਹੈਲਥ ਕੇਅਰ ਬੈਨੀਫਿਟਸ ਨਾ ਦੇਣ ਦਾ ਫੈਸਲਾ ਕੀਤਾ ਹੈ ਟੂ ਸਮ ਫੋਰਨ ਵਰਕਰਸ। ਬਿਨਾਂ ਕਿਸ ਨੂੰ ਇਖਤਲਾਹ ਕਰਨ ਤੋਂ ਬਿਨਾਂ ਉਹਨਾਂ ਨੇ ਇਹ ਕਹਿਤਾ ਵੀ ਤੁਹਾਡੇ ਕੋਲ ਤਾਂ ਪ੍ਰਾਈਵੇਟ ਇੰਸ਼ੋਰੈਂਸ ਹੋਣੀ ਚਾਹੀਦੀ ਆ, ਉਹ ਤਾਂ ਲਾਜ਼ਮੀ ਹੈ ਇਹ ਪ੍ਰੋਗਰਾਮ ਵਾਸਤੇ। ਮੇਰੇ ਖਿਆਲ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਦੇ ਉੱਤੇ ਇਹ ਗਵਰਨਮੈਂਟ ਇੰਸ਼ੋਰੈਂਸ ਰਿਕੁਆਇਰਮੈਂਟ ਲਾਉਣਗੇ। ਟਰਾਂਸਪੇਰੈਂਸੀ ਦਾ ਮਤਲਬ ਆ ਉਹਨਾਂ ਨੂੰ ਦੱਸਣਾ ਚਾਹੀਦਾ ਸੀਗਾ ਪਹਿਲਾਂ ਹੁਣ ਅੱਜ ਬਿਲਕੁਲ, ਕਿਉਂਕਿ ਹੁਣ ਤਾਂ ਉਹ ਆ ਚੁੱਕੇ ਆ ਇੱਥੇ। ਅਲਬਰਟਾ ਹੁਣ ਇੱਕ ਇਕੱਲਾ ਸੂਬਾ ਹੋਊਗਾ ਜਿਹੜਾ ਇਹ ਰਿਕੁਆਇਰਮੈਂਟ ਜਾਂ ਐਕਸੈਸ ਆ ਸਹੂਲਤ ਨਹੀਂ ਦਿੰਦੇ। ਇਹਨੂੰ ਕੋਰਟ ਚੈਲੰਜ ਕੀਤਾ ਜਾ ਸਕਦਾ ਜੀ ਕੋਰਟ ਰਾਹੀਂ, ਤੇ ਕਿਉਂਕਿ ਅਸੀਂ ਟੈਕਸ ਦਿੰਦੇ ਆ, ਅਸੀਂ ਸਾਰੇ ਬਾਕੀਆਂ ਵਾਂਗ ਹੀ ਅਸੀਂ ਸਾਰਾ ਕੁਝ ਪੇ ਕਰਦੇ ਆ, ਤਾਂ ਵਾਈ ਨਾਟ ਕਿ ਇਹ ਵੀ ਸਾਨੂੰ ਦਿੱਤਾ ਜਾਵੇ। 1988 ਦੇ ਵਿੱਚ ਹਸਪੀਟਲ ਉਹਨਾਂ ਨੇ ਲਾਸਟ ਬਿਲਡ ਕੀਤਾ ਐਡਮਿੰਟਨ ਦੇ ਵਿੱਚ। ਯੈਸ। ਸੋ ਇਹ ਟੈਂਪਰੇਰੀ ਫੋਰਨ ਵਰਕਰਸ, ਇਹ ਇੰਟਰਨੈਸ਼ਨਲ ਸਟੂਡੈਂਟਸ, ਟੈਂਪਰੇਰੀ ਰੈਜ਼ੀਡੈਂਟਸ ਦਾ ਕਸੂਰ ਆ। ਨਾ ਵੀ ਤੁਸੀਂ ਹਸਪਤਾਲ ਨਹੀਂ ਬਣਾਇਆ। ਯੈਸ। ਵੀ ਹੈਵ ਹੈਲਥ ਪ੍ਰੋਫੈਸ਼ਨਲਸ, ਵੀ ਹੈਵ ਡਾਕਟਰਸ ਹੈਗੇ ਤੇ ਉਹ ਡਾਕਟਰਸ ਪੀਆਰ ਨਹੀਂ ਬਣ ਸਕਦੇ। ਜਿਹੜੀ ਇਮੀਗ੍ਰੈਂਟਸ ਤੇ ਨੂੰ ਲੈ ਕੇ ਜਿਹੜੀ ਹੋਸਟਿਲਿਟੀ ਵੱਧਦੀ ਜਾ ਰਹੀ ਹੈ, ਇਮੀਗ੍ਰੈਂਟਸ ਇਹਦੇ ਵਾਸਤੇ ਰਿਸਪੌਂਸੀਬਲ ਆ ਕਿ ਪਾਲਿਸੀਜ਼ ਰਿਸਪੌਂਸੀਬਲ ਆ? ਇੱਕ ਹੱਥ ਨਾਲ ਤਾਲੀ ਨਹੀਂ ਵੱਜਦੀ ਹੈ। ਸੇਮ ਟਾਈਮ ਕਿ ਜੇ ਤੁਸੀਂ ਇੰਨਾ ਇਨਟੇਕ ਲਓਗੇ, ਇੰਨੇ ਲੱਖੋਂ ਬੰਦੇ ਲਓਗੇ, ਜਸਟ ਐਜ਼ ਅ ਮੈਟਰ ਆਫ ਮੈਥ ਜੀ ਕੁਝ ਪਰਸੈਂਟੇਜ ਕ੍ਰਿਮੀਨਲ ਟੈਂਡੈਂਸੀਜ਼ ਤਾਂ ਹੋਣਗੇ। ਰੈਡ FM ਸੁਣ ਰਹੇ ਜੀ ਤੁਸੀਂ, ਸਾਡੇ ਨਾਲ ਸ਼ਾਮਲ ਹੋ ਗੁੱਡ ਮਾਰਨਿੰਗ ਕੈਲਗਰੀ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਦੇ ਅੱਜ ਦੇ ਇਸ ਹਿੱਸੇ ਵਿੱਚ ਅਸੀਂ ਅੱਜ ਰਿਕੁਐਸਟ ਕੀਤੀ ਹੈ ਐਡਵੋਕੇਟ ਰਾਜ ਸ਼ਰਮਾ ਜੀ ਨੂੰ, ਜਿਹੜੇ ਇਮੀਗ੍ਰੇਸ਼ਨ ਮਾਮਲਿਆਂ ਦੇ ਮਾਹਿਰ ਵਕੀਲ ਨੇ। ਅਸੀਂ ਅਕਸਰ ਉਹਨਾਂ ਨੂੰ ਰਿਕੁਐਸਟ ਕਰਦੇ ਹਾਂ ਟੂ ਸੀਕ ਹਿਜ਼ ਐਕਸਪਰਟ ਕਮੈਂਟ ਔਨ ਜਿਹੜੇ ਸਾਡੇ ਡਿਫਰੈਂਟ ਇਸ਼ੂਜ਼ ਹੁੰਦੇ ਨੇ ਇਮੀਗ੍ਰੇਸ਼ਨ ਦੇ ਨਾਲ ਜੁੜੇ ਹੋਏ। ਇੱਕ ਵਾਰ ਫੇਰ ਅਸੀਂ ਉਹਨਾਂ ਕੋਲ ਅਪਰੋਚ ਕੀਤੀ ਹੈ ਕਿ ਸਾਡੇ ਸੂਬੇ ਦੀ ਸਰਕਾਰ ਨੇ ਹੈਲਥ ਕੇਅਰ ਬੈਨੀਫਿਟਸ ਨਾ ਦੇਣ ਦਾ ਫੈਸਲਾ ਕੀਤਾ ਹੈ ਟੂ ਸਮ ਫੋਰਨ ਵਰਕਰਸ। ਜਿਹੜੇ ਸਮ ਫੋਰਨ ਵਰਕਰਸ ਨੇ ਇਹ ਕੌਣ ਨੇ, ਅਤੇ ਇਸ ਦੇ ਨਾਲ ਜੁੜੇ ਕੁਝ ਹੋਰ ਇਸ਼ੂਜ਼ ਨੂੰ ਲੈ ਕੇ ਅਸੀਂ ਗੱਲਬਾਤ ਕਰਾਂਗੇ। ਰਾਜ ਸ਼ਰਮਾ ਜੀ ਸਾਡੇ ਨਾਲ ਇਸ ਵੇਲੇ ਸ਼ਾਮਲ ਨੇ ਜੀ। ਰਾਜ ਜੀ, ਵੈਰੀ ਗੁੱਡ ਮਾਰਨਿੰਗ, ਵੈਲਕਮ ਸਰ। ਗੁੱਡ ਮਾਰਨਿੰਗ ਆਗਰ ਸਾਹਿਬ। ਬਹੁਤ ਸ਼ੁਕਰੀਆ ਸਰ ਟਾਈਮ ਦੇਣ ਲਈ, ਥੈਂਕ ਯੂ। ਸੋ ਇਹ ਜਿਹੜੇ ਸਮ ਫੋਰਨ ਵਰਕਰਸ ਨੇ ਇਹ ਕੌਣ ਨੇ ਤੇ ਇਹਨਾਂ ਨੂੰ ਕਿਉਂ ਹੈਲਥ ਕੇਅਰ ਬੈਨੀਫਿਟਸ ਨਹੀਂ ਮਿਲਣਗੇ? ਫਿਲਹਾਲ ਨਾਗਰ ਸਾਹਿਬ, ਜਦੋਂ ਆਪਾਂ ਟੈਂਪਰੇਰੀ ਫੋਰਨ ਵਰਕਰ ਦੀ ਗੱਲ ਕਰ ਰਹੇ ਹਾਂ, ਇਹ ਆਪਾਂ ਦੋ ਹਿੱਸਿਆਂ ਦੇ ਵਿੱਚ ਆਪਾਂ ਸਮਝ ਸਕਦੇ ਹਾਂ ਵੀ ਟੈਂਪਰੇਰੀ ਫੋਰਨ ਵਰਕਰ ਕੌਣ ਹੈਗੇ। ਇੱਕ ਤਾਂ ਆਪਾਂ ਜਾਣਦੇ ਹੀ ਹਾਂ ਜਿਹੜੇ LMI ਦੇ ਜ਼ਰੀਏ ਵਰਕ ਪਰਮਿਟ ਲੈਂਦੇ ਆ ਜੀ। LMI ਲੈਂਦੇ ਆ, ਜਿਵੇਂ ਇਜਾਜ਼ਤ ਉਹਨਾਂ ਦੀ ਇੰਪਲੋਇਰ ਨੂੰ ਦਿਖਾਉਣਾ ਪੈਂਦਾ ਵੀ ਉਹਨਾਂ ਨੂੰ ਜ਼ਰੂਰਤ ਆ, ਨੀਡ ਆ, ਤੇ LMI ਲੈ ਕੇ ਫਿਰ ਉਹ ਵਰਕ ਪਰਮਿਟ ਵਾਸਤੇ ਅਪਲਾਈ ਕਰ ਲੈਂਦੇ, ਫਿਰ ਇੱਥੇ ਆ ਜਾਂਦੇ ਆ। There's another ਇੱਕ ਹੋਰ ਹਿੱਸਾ ਹੈਗਾ to that program which is the International Mobility Program, IMP. IMP ਦਾ ਇੱਕ ਹਿੱਸਾ ਹੈਗਾ IEC, International Experience Class. International Experience Class ਹੈ ਜੋ ਵੀ ਨੌਜਵਾਨ ਸਮਝ ਲਓ ਵੀ 18 ਤੋਂ ਲੈ ਕੇ 30 ਜਾਂ 18 ਤੋਂ ਲੈ ਕੇ 35 ਸਾਲ ਦੇ ਇੱਥੇ ਆ ਸਕਦੇ ਆ ਬਿਨਾਂ LMI ਓਪਨ ਵਰਕ ਪਰਮਿਟ 12 ਤੋਂ ਲੈ ਕੇ 24 ਮਹੀਨੇ ਤੱਕ ਜੀ, ਡਿਪੈਂਡ ਕਰਦਾ ਕਿਹੜੀ ਕੰਟਰੀ ਦੇ ਉੱਤੇ। ਸੋ ਵਰਕਿੰਗ ਹੌਲੀਡੇ, ਯੰਗ ਪ੍ਰੋਫੈਸ਼ਨਲਸ, ਇੰਟਰਨੈਸ਼ਨਲ ਕੋਆਪ ਇੰਟਰਨਸ਼ਿਪ, ਜਿਹੜੇ ਬੈਂਫ ਦੇ ਵਰਕਰਸ ਆ ਕਰਮਚਾਰੀ ਜਿਹੜੇ ਉੱਥੇ ਹੈਗੇ ਇੰਪੈਕਟਡ ਬਾਏ ਦਿਸ, ਉਹ ਜ਼ਿਆਦਾ ਤੋਂ ਜ਼ਿਆਦਾ ਵਰਕਿੰਗ ਹੌਲੀਡੇ ਵਰਕ ਪਰਮਿਟ ਉਹਨਾਂ ਕੋਲ ਹੈਗੇ ਆ। ਆਸਟ੍ਰੇਲੀਆ ਤੋਂ ਹੈਗੇ ਆ, ਆਇਰਲੈਂਡ ਤੋਂ ਹੈਗੇ ਆ, ਇੰਗਲੈਂਡ ਤੋਂ ਹੈਗੇ ਆ ਜੀ। So that's the working holiday program. So again, ਜ਼ਿਆਦਾ ਤੋਂ ਜ਼ਿਆਦਾ ਉਹਨਾਂ ਦੀ ਉਮਰ 18 ਤੋਂ ਲੈ ਕੇ 30, 18 ਤੋਂ ਲੈ ਕੇ 35 ਤੱਕ। ਤੇ ਇਹੋ ਜਿਹੇ ਕੁਝ 36 ਕੰਟਰੀਜ਼ ਹੈਗੇ ਆ, ਇਹਨੂੰ ਆਪਾਂ ਬਾਇਲੈਟਰਲ ਐਗਰੀਮੈਂਟ ਕਹਿੰਦੇ ਆ ਕਿਉਂਕਿ ਉਹਨਾਂ ਦੇ ਨਾਗਰਿਕ ਇੱਥੇ ਆ ਸਕਦੇ ਤੇ ਕੈਨੇਡੀਅਨਸ ਇੱਥੇ, ਅਸੀਂ ਉੱਥੇ ਜਾ ਸਕਦੇ ਜੀ, ਉੱਥੇ ਆਪਾਂ ਕੰਮ ਕਰ ਸਕਦੇ। ਇੱਥੇ ਲਗਭਗ 90,000 ਕੋਟਾ ਹੈਗਾ ਪੂਰਾ ਕੈਨੇਡਾ ਵਾਸਤੇ ਜੀ। 90,000 ਕੋਟਾ ਹੈਗੇ ਆ। ਸੋ ਕੋਈ ਇਹੋ ਜਿਹਾ ਡਾਟਾ ਤਾਂ ਹੈ ਨਹੀਂ ਵੀ ਕਿੰਨੇ ਕੁ ਇੱਥੇ ਅਲਬਰਟਾ ਦੇ ਵਿੱਚ ਹੈਗੇ। ਮੇਰੇ ਅੰਦਾਜ਼ੇ ਦੇ ਨਾਲ ਸ਼ਾਇਦ 5,000 ਤੋਂ ਲੈ ਕੇ 10,000 ਮੈਕਸਿਮਮ ਇਹੋ ਜਿਹੇ ਕੁਝ ਵਰਕਰਸ ਹੈਗੇ ਆ। ਸੋ ਜੋ ਵੀ ਇੱਥੇ ਆ ਰਿਹਾ ਓਪਨ ਵਰਕ ਪਰਮਿਟ, ਅਗੇਨ ਇਹ ਬੈਂਫ ਦੇ ਵਿੱਚ ਜਾਂ ਕੈਨਮੋਰ ਦੇ ਵਿੱਚ ਜਾਂ ਜੈਸਪਰ ਦੇ ਵਿੱਚ ਇਹੋ ਜਿਹੇ ਰਿਜ਼ੋਰਟਸ ਦੇ ਵਿੱਚ ਕਾਫੀ ਕੰਮ ਕਰ ਰਹੇ ਆ, ਹਸਪਿਟੈਲਿਟੀ ਇੰਡਸਟਰੀ ਦੇ ਵਿੱਚ ਕਾਫੀ ਕੰਮ ਕਰ ਰਹੇ ਜੀ। ਉਹ ਉਹੀ ਟੈਕਸ ਭਰਦੇ ਆ ਜਿਹੜੇ ਦੂਸਰੇ ਇੱਥੇ ਜਿਹੜੇ ਵੀ ਨਾਗਰਿਕ ਹੈਗੇ ਆ ਜਾਂ ਪਰਮਨੈਂਟ ਰੈਜ਼ੀਡੈਂਟਸ ਹੈਗੇ ਆ ਜਾਂ ਟੈਂਪਰੇਰੀ ਫੋਰਨ ਵਰਕਰਸ ਹੈਗੇ, ਉਹੀ ਟੈਕਸ ਉਹ ਭਰਦੇ ਆ। EI ਪ੍ਰੀਮੀਅਮ, CPP ਡਿਡਕਸ਼ਨਸ, ਤੇ ਆਬਵੀਅਸਲੀ ਉਹਨਾਂ ਦੇ ਟੈਕਸ contributes to our healthcare system.
ਜਨਵਰੀ 7 2026 ਦੇ ਵਿੱਚ ਬਿਨਾਂ ਕਿਸ ਨੂੰ ਇਖਤਲਾਫ ਕਰਨ ਤੋਂ ਬਿਨਾਂ ਉਹਨਾਂ ਨੇ ਇਹ ਕਹਿਤਾ ਵੀ ਤੁਹਾਡੇ ਕੋਲ ਤਾਂ ਪ੍ਰਾਈਵੇਟ ਇੰਸ਼ੋਰੈਂਸ ਹੋਣੀ ਚਾਹੀਦੀ ਆ ਉਹ ਤਾਂ ਲਾਜ਼ਮੀ ਹੈ ਇਹ ਪ੍ਰੋਗਰਾਮ ਵਾਸਤੇ ਸੋ ਤੁਹਾਨੂੰ ਪਬਲਿਕ ਐਕਸੈਸ ਜ਼ਰੂਰਤ ਹੈ ਨਹੀਂ ਓਕੇ ਸੋ CBC ਦਾ ਇੱਕ ਆਰਟੀਕਲ ਆਇਆ ਕੁਝ ਦਿਨ ਪਹਿਲਾਂ ਤੇ ਉਹਨਾਂ ਨੇ ਕਿਹਾ ਵੀ ਆ ਜਿਹੜੇ ਵਰਕਰਸ ਸੀਗੇ ਬੈਂਫ ਦੇ ਵਿੱਚ ਕੈਨਮੋਰ ਦੇ ਵਿੱਚ ਵੀ ਉਹ ਅਚਾਨਕ ਉਹਨਾਂ ਨੂੰ ਪਤਾ ਲੱਗ ਗਿਆ ਵੀ ਉਹਨਾਂ ਕੋਲੇ ਜਿਹੜਾ ਪਹਿਲਾਂ ਉਹਨਾਂ ਕੋਲੇ ਸੀਗਾ ਕਈ ਵਾਰੀ ਉਹ ਕੁਝ ਸਾਲ ਵਾਸਤੇ ਆਫ ਕੋਰਸ ਇੱਥੇ ਕੰਮ ਕਰ ਚੁੱਕਿਆ ਤੇ ਹੁਣ ਉਹ ਸਹੂਲਤ ਉਹਨੂੰ ਨਹੀਂ ਮਿਲ ਰਹੀ ਨਾਓ ਅਲਬਰਟਾ ਹੁਣ ਇੱਕ ਇਕੱਲਾ ਸੂਬਾ ਹੋਊਗਾ ਜਿਹੜਾ ਇਹ ਰਿਕੁਆਇਰਮੈਂਟ ਜਾਂ ਐਕਸੈਸ ਸਹੂਲਤ ਨਹੀਂ ਦਿੰਦੀ ਬ੍ਰਿਟਿਸ਼ ਕੋਲੰਬੀਆ 3 ਮਹੀਨੇ ਬਾਅਦ ਔਰ ਇਮੀਡੀਏਟ ਜੋ ਵੈਲਿਡ ਵਰਕ ਪਰਮਿਟ ਹੈਗਾ 6 ਮਹੀਨੇ ਤੋਂ ਜ਼ਿਆਦਾ BC ਦੇ ਵਿੱਚ ਕਵਰੇਜ ਆ ਸਸਕੈਚੂਅਨ ਦੇ ਵਿੱਚ ਕਵਰੇਜ ਆ ਮੈਨੀਟੋਬਾ ਦੇ ਵਿੱਚ ਵੀ ਕਵਰੇਜ ਹੈਗੀ ਹੈ ਸੋ ਦੈਟ ਇਜ਼ ਦ ਪ੍ਰੋਗਰਾਮ ਤੇ ਫਿਲਹਾਲ ਇਹਨਾਂ ਦੇ ਉੱਤੇ ਇਹ ਲਾਗੂ ਸੋ ਜਿਵੇਂ ਤੁਸੀਂ ਹੁਣ ਇੰਸ਼ੋਰੈਂਸ ਦੀ ਗੱਲ ਕੀਤੀ ਕਿ ਜਦੋਂ ਇਹ ਵਰਕਰਸ ਕੈਨੇਡਾ 'ਚ ਆਉਂਦੇ ਆ ਇਹ ਫੈਡਰਲ ਰੂਲ ਹੈ ਕਿ ਉਹਨਾਂ ਦੇ ਕੋਲ ਇੰਸ਼ੋਰੈਂਸ ਹੋਣੀ ਚਾਹੀਦੀ ਹੈ ਹਾਂਜੀ ਤੇ ਫਿਰ ਇਹਦੇ ਨਾਲ ਫਰਕ ਕੀ ਪੈਂਦਾ ਜੀ ਹਾਂਜੀ ਤੇ ਲੋਕ ਨਾਗਰ ਸਾਹਿਬ ਮੈਨੂੰ ਇੰਸ਼ੋਰੈਂਸ ਬਾਰੇ ਇੰਨਾ ਜ਼ਿਆਦਾ ਨਹੀਂ ਪਤਾ ਇਹਦੇ ਬਾਰੇ ਤਾਂ ਤੁਹਾਨੂੰ ਸ਼ਾਇਦ ਹਰਪਿੰਦਰ ਸਿੱਧੂ ਸਾਹਿਬ ਪੰਜਾਬ ਇੰਸ਼ੋਰੈਂਸ ਵਾਲੇ ਨੂੰ ਇਹ ਪੁੱਛਣੀ ਚਾਹੀਦੀ ਆ ਸਵਾਲ ਮਗਰ ਵੱਖਰੇ ਇਹ ਸੁਪਰ ਵੀਜ਼ਾ ਇੰਸ਼ੋਰੈਂਸ ਰਿਕੁਆਇਰਮੈਂਟ ਵਾਂਗੂ ਤਾਂ ਹੈ ਨਹੀਂ ਸੁਪਰ ਵੀਜ਼ਾ ਇੰਸ਼ੋਰੈਂਸ ਰਿਕੁਆਇਰਮੈਂਟ ਵੀ ਘੱਟੋ ਘੱਟ 1 ਲੱਖ 2 ਲੱਖ 2.5 ਲੱਖ ਜੋ ਵੀ ਹੈਗਾ ਇੱਕ ਰਿਕੁਆਇਰਮੈਂਟ ਹੁੰਦਾ ਨਾ ਇਹਨਾਂ ਕੋਲ ਸਿਰਫ ਰਿਕੁਆਇਰਮੈਂਟ ਆ ਵੀ ਪ੍ਰਾਈਵੇਟ ਇੰਸ਼ੋਰੈਂਸ ਹੁੰਦੇ ਤੇ ਆਬਵੀਅਸਲੀ ਮੁxtਲਿਫ ਪ੍ਰਾਈਵੇਟ ਇੰਸ਼ੋਰੈਂਸ ਹੁੰਦੀ ਹੈ ਤੇ ਕਵਰੇਜ ਕਈ ਵਾਰੀ ਕਵਰੇਜ ਸਿਰਫ ਐਮਰਜੈਂਸੀ ਕੇਅਰ ਤੱਕ ਜਾਂਦੀ ਹੈ ਕਈ ਵਾਰੀ ਲਿਮਿਟੇਸ਼ਨ ਹੁੰਦੀ ਹੈ ਅਗੇਨ ਦੇ ਯੰਗ ਯੈਸ ਹਾਂਜੀ ਸੋ ਉਹਨਾਂ ਕੋਲੇ ਵੀ ਸ਼ਾਇਦ ਤੇ ਉਹ ਵੱਖਰੇ ਮੁਲਕਾਂ ਤੋਂ ਆਉਂਦੇ ਚਿਲੇ ਤੋਂ ਆਉਂਦੇ ਆ ਆਸਟਰੀਆ ਤੋਂ ਆਉਂਦੇ ਆ ਆਸਟ੍ਰੇਲੀਆ ਤੋਂ ਆਉਂਦੇ ਸੋ ਸ਼ਾਇਦ ਉਹਨਾਂ ਨੂੰ ਨਹੀਂ ਪਤਾ ਵੀ ਖਰਚਾ ਕਿੰਨਾ ਹੋ ਸਕਦਾ ਫॉर ਪ੍ਰਾਈਵੇਟ ਇੰਸ਼ੋਰੈਂਸ ਸੋ ਮੇਬੀ ਮਿਨੀਮਮ ਲੈਂਦੇ ਆ ਅਗੇਨ ਦੇ ਯੰਗ ਜੀ ਕੰਮ ਕਰ ਰਹੇ ਆ ਸੋ ਅਗੇਨ ਤਾਂ ਹੀ ਉਹ ਨੋਟਿਸ ਚਾਹੀਦਾ ਇਹਨਾਂ ਨੂੰ ਦੱਸਣਾ ਚਾਹੀਦਾ ਵੀ ਜੇ ਤੁਸੀਂ ਹਸਪੀਟਲ ਜਾਓਗੇ ਜਾਂ ਜੇ ਤੁਹਾਨੂੰ ਮੈਡੀਕਲ ਕਵਰੇਜ ਚਾਹੀਦਾ ਇੱਥੇ ਐਕਚੁਅਲੀ ਕਾਫੀ ਮਹਿੰਗਾ ਤੇ ਤੁਹਾਨੂੰ ਘੱਟੋ ਘੱਟ 50,000 ਲੈਣਾ ਪੈਣਾ ਜਾਂ $1,00,000 ਦੀ ਇੰਸ਼ੋਰੈਂਸ ਲੈਣੀ ਚਾਹੀਦੀ ਹੈ ਸੋ ਗੈਪ ਹੋ ਸਕਦਾ ਕਿਉਂਕਿ ਉਹਨਾਂ ਨੂੰ ਨਹੀਂ ਪਤਾ ਵੀ ਕਿਹੋ ਜਿਹੀ ਇੰਸ਼ੋਰੈਂਸ ਹੋਣੀ ਚਾਹੀਦੀ ਹੈ ਜਾਂ ਮਿਨੀਮਮ ਕੀ ਹੋਣੀ ਚਾਹੀਦੀ ਹੈ ਐਂਡ ਅਗੇਨ ਦੇਰ ਯੰਗ ਪੀਪਲ ਜੇ ਤੁਸੀਂ ਬਜ਼ੁਰਗ ਹੋ ਆਬਵੀਅਸਲੀ ਸਾਨੂੰ ਜ਼ਿਆਦਾ ਚਾਹੀਦਾ ਹੋਊਗਾ but they're young and again ਉਹ ski resorts ਵਿੱਚ ਕੰਮ ਕਰ ਰਹੇ ਆ ਤੇ injuries ਹੋ ਸਕਦੀ ਆ ਸੋ ਇਸ ਕਰਕੇ ਇਹ again transparency ਦਾ ਮਤਲਬ ਆ ਉਹਨਾਂ ਨੂੰ ਦੱਸਣਾ ਚਾਹੀਦਾ ਸੀਗਾ ਪਹਿਲਾਂ ਹੁਣ ਅੱਜ ਬਿਲਕੁਲ ਕਿਉਂਕਿ ਹੁਣ ਤਾਂ ਉਹ ਆ ਚੁੱਕੇ ਆ ਇੱਥੇ ਉਹ ਹਾਂਜੀ ਬਿਲਕੁਲ ਜੀ ਤੇ ਇਹਦਾ ਸਾਡੇ ਇਹਨਾਂ ਵਰਕਰਸ ਦੇ ਉੱਤੇ ਅਸਰ ਪਏਗਾ ਫਿਰ ਇਨ ਫਿਊਚਰ ਕਿਉਂਕਿ ਸਾਨੂੰ ਤਾਂ ਇਸ ਤਰ੍ਹਾਂ ਦੇ ਵਰਕਰਸ ਦੀ ਜ਼ਰੂਰਤ ਹੁੰਦੀ ਆ ਤੇ ਜੇ ਇਹ ਕੰਡੀਸ਼ਨ ਲੱਗੀ ਤਾਂ ਆਉਣਗੇ ਹੀ ਨਹੀਂ ਇੱਥੇ ਅਲਬਰਟਾ 'ਚ Well, I think that is the $1 million question. ਸਵਾਲ ਇਹ ਆ ਵੀ ਅਗਲਾ ਕਦਮ ਕੀ ਆ ਇਹ ਜਿਹੜੇ ਹੈਗੇ ਆਪਾਂ ਸਮਝ ਲਓ ਵੀ ਇਹ ਟੈਸਟ ਕੇਸ ਆ ਸਿਰਫ 5,000 ਹੋਣਗੇ ਇੰਨੇ ਜ਼ਿਆਦਾ ਤਾਂ ਹੈ ਨਹੀਂ ਕਿਉਂਕਿ ਰਿਜ਼ੋਰਟਸ ਵਿੱਚ ਕੰਮ ਕਰ ਰਹੇ ਆ ਬੈਂਫ ਕੈਨਬਰ ਦੇ ਵਿੱਚ ਹੋਟਲਾਂ ਦੇ ਵਿੱਚ ਕੰਮ ਕਰ ਰਹੇ ਇੰਨੇ ਜ਼ਿਆਦਾ ਹੈ ਨਹੀਂ ਸੋ ਮੇਰੇ ਖਿਆਲ ਦੇ ਵਿੱਚ ਟੈਸਟ ਕੇਸ ਆ ਵੀ ਹੁਣ ਅਗਲੇ ਰਿਕੁਆਇਰਮੈਂਟਸ ਕੀ ਹੋਣਗੇ ਮੇਰੇ ਖਿਆਲ ਦੇ ਵਿੱਚ ਅਗੇਨ ਪ੍ਰੈਡਿਕਸ਼ਨ ਸ਼ਾਇਦ ਨਹੀਂ ਕਰਨੀ ਚਾਹੀਦੀ ਬਟ ਮੇਰੇ ਖਿਆਲ ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਦੇ ਉੱਤੇ ਇਹ ਗਵਰਨਮੈਂਟ ਇੰਸ਼ੋਰੈਂਸ ਰਿਕੁਆਇਰਮੈਂਟ ਲਾਉਣਗੇ ਮੇਰੇ ਖਿਆਲ ਦੇ ਵਿੱਚ ਕਿਉਂਕਿ ਮੈਨੀਟੋਬਾ ਦੇ ਵਿੱਚ ਸਟੂਡੈਂਟਸ ਹੈਵ ਟੂ ਇਨਰੋਲ ਇਨ ਅ ਮੈਂਡੇਟਰੀ ਹੈਲਥ ਇੰਸ਼ੋਰੈਂਸ ਪਲਾਨ ਇਹ ਮੈਨੀਟੋਬਾ ਦੇ ਵਿੱਚ ਆਲਰੇਡੀ ਹੈਗਾ ਮੇਰੇ ਖਿਆਲ ਦੇ ਵਿੱਚ ਅਲਬਰਟਾ ਵੀ ਕਰੂਗਾ ਜਿਵੇਂ ਜੋ ਆਪਾਂ ਸੁਣ ਰਹੇ ਜੋ ਆਪਾਂ ਦੇਖ ਰਹੇ ਹਾਂ ਤੇ ਮੇਰੇ ਖਿਆਲ ਦੇ ਵਿੱਚ ਅਗੇਨ ਹੁਣ 2022 ਦੇ ਵਿੱਚ 55,000 ਟੈਂਪਰੇਰੀ ਫੋਰਨ ਵਰਕਰਸ ਅਲਬਰਟਾ ਦੇ ਵਿੱਚ again ਸਾਨੂੰ recent data recent numbers ਨਹੀਂ ਪਤਾ ਵੀ 60 70 75,000 80,000 ਟੈਂਪਰੇਰੀ ਫੋਰਨ ਵਰਕਰਸ ਹੋ ਸਕਦੇ ਅਲਬਰਟਾ ਵਿੱਚ ਹੋ ਸਕਦਾ ਵੀ ਇਹ ਰਿਕੁਆਇਰਮੈਂਟ ਉਹਨਾਂ ਦੇ ਉੱਤੇ ਵੀ ਲਾਗੂ ਹੋਊਗਾ ਵੀ ਤੁਸੀਂ ਆਪਦੀ ਪ੍ਰਾਈਵੇਟ ਇੰਸ਼ੋਰੈਂਸ ਕਰੋ ਵੀ ਤੁਸੀਂ ਇਹ ਸਹੂਲਤ ਤੁਹਾਨੂੰ ਆਪਾਂ ਨਹੀਂ ਦੇਵਾਂਗੇ ਹੁਣ ਪਬਲਿਕ ਜਿਹੜਾ ਐਕਸੈਸ ਹੈ ਜਿਵੇਂ PR ਤੇ ਸਿਟੀਜ਼ਨਸ ਹੈਗੇ ਇਹਨੂੰ ਕੋਰਟ ਚੈਲੰਜ ਕੀਤਾ ਜਾ ਸਕਦਾ ਜੀ ਕੋਰਟ ਰਾਹੀਂ ਤੇ ਕਿਉਂਕਿ ਅਸੀਂ ਟੈਕਸ ਦਿੰਨੇ ਆ ਅਸੀਂ ਸਾਰੇ ਬਾਕੀਆਂ ਵਾਂਗ ਹੀ ਅਸੀਂ ਸਾਰਾ ਕੁਝ ਪੇ ਕਰਦੇ ਆ ਤਾਂ ਵਾਈ ਨਾਟ ਕਿ ਇਹ ਵੀ ਸਾਨੂੰ ਦਿੱਤਾ ਜਾਵੇ ਆਈ ਥਿੰਕ ਜੇ ਤੁਸੀਂ ਮੈਂਡੇਟਰੀ ਰਿਕੁਆਇਰਮੈਂਟ ਆ ਪ੍ਰੋਗਰਾਮ ਦਾ ਵੀ ਪ੍ਰੋਗਰਾਮ ਨੂੰ ਐਕਸੈਸ ਕਰਨ ਵਾਸਤੇ ਤੁਹਾਨੂੰ ਪ੍ਰਾਈਵੇਟ ਇੰਸ਼ੋਰੈਂਸ ਦਾ ਸਬੂਤ ਦੇਣਾ ਪੈਣਾ ਜਿਵੇਂ ਸੁਪਰ ਵੀਜ਼ਾ ਹੋਲਡਰਸ ਹੈਗੇ ਮੇਰੇ ਖਿਆਲ ਦੇ ਬਟ ਅਗੇਨ ਯੂਰ ਰਾਈਟ ਫਰਕ ਇਹ ਹੈ ਸੁਪਰ ਵੀਜ਼ਾ ਹੋਲਡਰਸ ਵਾਲੇ ਨੂੰ ਵੀ ਉਹ ਕੰਮ ਨਹੀਂ ਕਰ ਸਕਦੇ ਤੇ ਉਹ ਟੈਕਸ ਨਹੀਂ ਭਰ ਸਕਦੇ ਹਾਂਜੀ ਤੇ ਸੋ
again, it's an interesting argument, but again, इन्हों को ले कोई दिलचस्पी हैगी है कोर्ट चैलेंज वास्ते तो साल वास्ते तो हैगी है, जब 2 साल वास्ते हैगी in terms of an international experience class work. But it's an interesting argument. It's a fairness issue, I suppose. But again, ਜੇ ਆਪਾਂ ਕਹਿੰਦੇ ਆ ਵੀ ਇਹਨਾਂ ਦਾ ਕਸੂਰ ਟੈਕਸ ਜਿਹੜੇ ਭਰਦੇ ਆ obviously infrastructure ਤੱਕ ਜਾਂਦਾ, ਜਿਹੜੇ hospitals and again private insurance offsets their access to hospital emergency care ਤਾਂ ਉਹ ਜਾ ਸਕਦੇ ਆ, so I'm not sure ਵੀ court challenge ਹੋਊਗਾ ਕਿ ਨਹੀਂ ਹੋਊਗਾ. But again, it's very very interesting ਵੀ ਜਿਹੜੇ immigrants ਆ ਵੀ ਉਹਨਾਂ ਦਾ ਕਸੂਰ ਆ ਵੀ health care ਦੇ ਵਿੱਚ ਕੁਝ resource ਜਾਂ scarcity ਆ ਜਾਂ ਸਾਡੇ ਕੋਲ ਸਹੂਲਤ ਹੈ ਨਹੀਂ immigrants ਕਰਕੇ. ਪਿਛਲੀ ਵਾਰ ਇੱਕ ਹਸਪਤਾਲ ਜਿਹੜਾ ਬਣਿਆ ਐਡਮਿੰਟਨ ਦੇ ਵਿੱਚ 1988 ਦੇ ਵਿੱਚ ਜੀ 1988 ਦੇ ਵਿੱਚ ਹਸਪਤਾਲ ਉਹਨਾਂ ਨੇ ਲਾਸਟ ਬਿਲਡ ਕੀਤਾ ਐਡਮਿੰਟਨ ਦੇ ਵਿੱਚ. ਯੈਸ, ਸੋ ਇਹ ਟੈਂਪਰੇਰੀ ਫੋਰਨ ਵਰਕਰਸ, ਇਹ ਇੰਟਰਨੈਸ਼ਨਲ ਸਟੂਡੈਂਟਸ, ਟੈਂਪਰੇਰੀ ਰੈਜ਼ੀਡੈਂਟਸ ਦਾ ਕਸੂਰ ਆ ਨਾ ਵੀ ਤੁਸੀਂ ਹਸਪਤਾਲ ਨਹੀਂ ਬਣਾਇਆ. ਯੈਸ, ਤੇ ਲਾਸਟ ਹਸਪਤਾਲ ਇਨ ਕੈਲਗਰੀ ਘੱਟੋ ਘੱਟ 15 ਸਾਲ ਪਹਿਲਾਂ, ਦੈਟਸ ਦ ਸਾਊਥ ਹੈਲਥ ਕੈਂਪਸ ਜੀ. ਉਹੀ ਸੂਬਾ ਜਿਹੜਾ रुकावट रखदा recognition of foreign credentials. We have health professionals, we have doctors हैगे ते वो doctors PR नहीं बन सकते. So again, on the one hand, okay, you know, थोड़ा जिहा कसूर उन्हां दे उत्ते करदे temporary foreign workers दे उत्ते, but of course आपदे policy दे उत्ते कोई नज़र नहीं रखदे जी. ਇੱਕ ਹੋਰ ਰਾਜ ਜੀ ਖਬਰ ਸੁਣਨ ਨੂੰ ਮਿਲੀ ਹੈ ਕਿ ਬਰਥ ਟੂਰਿਜ਼ਮ ਆਰਗੇਨਾਈਜ਼ਰ ਨੂੰ ਜੇਲ੍ਹ ਦੀ ਸਜ਼ਾ ਹੋਈ ਹੈ. ਬਰਥ ਟੂਰਿਜ਼ਮ ਕੇਸ ਪਾਸੇ ਨੂੰ ਜਾ ਰਿਹਾ ਕੈਨੇਡਾ ਦੇ ਵਿੱਚ. ਡਾਕਟਰ ਸਾਹਿਬ, ਮੇਰੇ ਖਿਆਲ ਦੇ ਬਰਥ ਟੂਰਿਜ਼ਮ ਦਾ ਆਰਗੇਨਾਈਜ਼ਰ US ਦੇ ਚਾਰਜ ਤੇ ਜੇਲ੍ਹ ਹੋਇਆ ਸੀਗਾ. ਓਕੇ, ਸੋ ਬਰਥ ਟੂਰਿਜ਼ਮ ਦਾ ਇਹ ਮਾਇਨਾ ਹੈਗਾ ਵੀ ਲੋਕੀ ਇੱਥੇ ਆਉਂਦੇ ਆ ਐਜ਼ ਵਿਜ਼ਟਰਸ, ਬਟ ਉਹਨਾਂ ਦੀ ਨੀਅਤ ਆ ਵੀ ਉਹ ਉਹਨਾਂ ਦਾ ਬੱਚਾ ਦਾ ਜਨਮ ਇੱਥੇ ਹੋਊਗਾ. ਤੇ ਜੇ ਬੱਚੇ ਦਾ ਜਨਮ ਇੱਥੇ ਹੋਊਗਾ ਫਿਰ ਉਹ ਕਾਨੂੰਨਨ ਤੌਰ ਤੇ ਉਹ ਕੈਨੇਡੀਅਨ ਸਿਟੀਜ਼ਨ ਜੀ. ਸੋ ਦੈਟਸ ਬਰਥ ਟੂਰਿਜ਼ਮ. ਇਹ US ਵਿੱਚ ਵੀ ਹੈਗਾ, ਜੇ ਤੁਹਾਡਾ ਬੱਚੇ ਦਾ ਜਨਮ US ਵਿੱਚ ਹੁੰਦਾ ਉਹ ਆਟੋਮੈਟਿਕਲੀ US ਸਿਟੀਜ਼ਨ ਹੁੰਦੇ ਆ. ਸੇਮ ਕਨਸੈਪਟ ਇਨ BC ਸਾਨੂੰ ਸੁਣ ਰਿਹਾ ਵੀ ਫੋਰ ਐਗਜ਼ਾਮਪਲ ਬਰਨਬੀ ਜਾਂ ਰਿਚਮੰਡ ਦੇ ਵਿੱਚ BC ਦੇ ਵਿੱਚ ਕਾਫੀ ਈਸਟ ਏਸ਼ੀਅਨਸ ਉੱਥੇ ਜਾਂਦੇ ਆ, ਇੱਕ ਹਸਪਤਾਲ ਹੁੰਦੇ ਆ ਐਂਡ ਅਗੇਨ ਦੇ ਪੇ, ਉਹ ਪੈਸੇ ਦਿੰਦੇ ਆ ਜੀ 30,000 40,000 50,000 whatever the cost is for this private birth. ਬਟ ਲੋਕੀ ਆਉਂਦੇ ਆ ਤੇ ਉਹ ਚਾਹੁੰਦੇ ਆ ਵੀ ਆਬਵੀਅਸਲੀ ਉਹਨਾਂ ਦੇ ਬੱਚਿਆਂ ਨੂੰ ਕੋਈ ਨਾ ਕੋਈ ਸਹੂਲਤ ਮਿਲ ਜੇ ਪਾਸਪੋਰਟ ਦੇ ਨਾਲ. ਸੋ ਦੈਟਸ ਬਰਥ ਟੂਰਿਜ਼ਮ. ਤੇ ਅਗੇਨ ਲੋਕੀ ਕੁਝ ਲੋਕ ਇਹਨੂੰ ਇਤਰਾਜ਼ ਕਰਦੇ ਆ ਕਿਉਂਕਿ ਲੋਕੀ ਇੱਥੇ ਆਉਂਦੇ ਆ ਸਿਰਫ ਇਹ ਸਹੂਲਤ ਲੈਣ ਵਾਸਤੇ, ਪਰ they don't contribute. ਅਸਲ ਦੇ ਵਿੱਚ ਉਹ ਨਾਗਰਿਕ ਹੈ ਨਹੀਂ, ਅਸਲ ਦੇ ਵਿੱਚ ਉਹ ਬਹੁਤ ਘੱਟ ਤਾਲੁਕਾਤ ਹੈਗੇ ਆ ਕੈਨੇਡਾ ਨੂੰ. ਤੇ ਜਿਹੜੇ ਹੁਣ ਇਮੀਗ੍ਰੇਸ਼ਨ ਮਿਨਿਸਟਰ ਦਾ ਇਹ ਕਹਿਣਾ ਜੀ ਕਿ ਸਾਡੇ ਕੋਲ ਜਿਹੜੇ ਟੈਂਪਰੇਰੀ ਫੋਰਨ ਵਰਕਰਸ ਦੇ ਜਦੋਂ ਐਕਸਪਾਇਰ ਹੋ ਜਾਂਦੇ ਆ ਪਰਮਿਟਸ ਉਹਨਾਂ ਦੇ ਜਾਂ ਵੀਜ਼ਾ ਐਕਸਪਾਇਰ ਹੋ ਜਾਂਦੇ ਆ, ਫਿਰ ਉਹਨਾਂ ਨੂੰ ਵਾਪਸ ਜਾਣਾ ਪੈਂਦਾ. ਸਾਡੇ ਕੋਲ ਉਹਨਾਂ ਦਾ ਐਗਜ਼ਿਟ ਟਰੈਕਿੰਗ ਦਾ ਕੋਈ ਸਿਸਟਮ ਨਹੀਂ ਹੈ, ਪਰ ਅਸੀਂ ਹੁਣ ਲਿਆਵਾਂਗੇ. ਮੈਂ ਅੱਜ ਜੇਸਨ ਕੈਨੀ ਉਹਨਾਂ ਨੂੰ ਵੀ ਸਵਾਲ ਪੁੱਛਿਆ ਸੀ ਵੀ ਜਦੋਂ ਤੁਸੀਂ ਮਿਨਿਸਟਰ ਸੀ ਉਦੋਂ ਐਗਜ਼ਿਟ ਟਰੈਕਿੰਗ ਹੈਗੀ ਸੀ, ਪਰ ਉਹਨਾਂ ਨੇ ਉਹਦਾ ਕੋਈ ਸਿੱਧਾ ਜਵਾਬ ਨਹੀਂ ਦਿੱਤਾ ਉਹਨਾਂ ਨੇ ਕੋਈ. ਨਹੀਂ, ਮੈਂ ਵੀ ਸੁਣ ਰਿਹਾ ਸੀਗਾ ਤੇ ਮੈਂ ਵੀ ਕੁਝ ਦਿਲਚਸਪੀ ਨਾਲ ਮੈਂ ਸੁਣ ਰਿਹਾ ਸੀਗਾ ਕਿਉਂਕਿ ਐਗਜ਼ਿਟ ਕੰਟਰੋਲ ਦਾ ਗੱਲਬਾਤ ਹੁਣ ਕਾਫੀ ਦਹਾਕਿਆਂ ਵਾਸਤੇ ਚੱਲ ਰਿਹਾ. ਤੇ ਅਗੇਨ ਐਗਜ਼ਿਟ ਕੰਟਰੋਲ would be very helpful for temporary residents. ਕਿਉਂਕਿ ਫਿਰ ਸਾਨੂੰ ਪਤਾ ਲੱਗ ਜੂਗਾ ਵੀ ਕਿੰਨੇ ਕੁ ਹੈਗੇ ਆ, ਕਿੰਨੇ ਕੁ ਰਹਿੰਦੇ ਆ, ਕਿੰਨੇ. ਐਂਡ ਇਹ ਆਡਿਟਰ ਜਨਰਲ ਰਿਪੋਰਟ ਸ਼ੀਲਾ ਫਰੇਜ਼ਰ ਦੇ ਵਿੱਚ ਅਗੇਨ ਘੱਟੋ ਘੱਟ 2 ਦਹਾਕੇ ਪਹਿਲਾਂ ਦੀ ਗੱਲ ਆ ਵੀ ਉਹ ਅੰਦਾਜ਼ਾ ਲਗਾ ਰਹੇ ਸੀ ਵੀ ਕਿੰਨੇ ਲੋਕ ਇੱਥੇ ਹੈਗੇ ਜਿਹੜੇ ਵਾਪਸ ਨਹੀਂ ਗਏ ਜੀ. ਸੋ ਅਗੇਨ ਜੇਸਨ ਕੈਨੀ ਕਾਫੀ ਆਪਦੇ ਕਹਿ ਰਹੇ ਸੀਗੇ ਕੀ ਕੁਛ ਉਹਨਾਂ ਨੇ ਕੀਤਾ, ਕੀ ਕੁਛ ਕਾਮਯਾਬੀਆਂ ਉਹਨਾਂ ਨੇ ਪ੍ਰਾਪਤ ਕੀਤੀਆਂ, ਪਰ ਉਹਨਾਂ ਨੇ ਇਹ ਨਹੀਂ ਦੱਸਿਆ ਵੀ ਇਹ ਬੇਸਿਕ ਰਿਕੁਆਇਰਮੈਂਟ ਐਗਜ਼ਿਟ ਕੰਟਰੋਲ ਜਿਹੜੇ ਬਹੁਤ ਸਾਰੇ ਮੁਲਕਾਂ ਵਿੱਚ ਹੈਗਾ. ਤੁਸੀਂ ਇੰਡੀਆ ਜਾਓ ਤੇ ਉਹਨਾਂ ਨੂੰ ਪਤਾ ਹੋਊਗਾ ਕਿਉਂਕਿ ਯੂ ਹੈਵ ਟੂ ਵੈਰੀਫਾਈ ਡਿਪਾਰਚਰ. ਤੁਸੀਂ ਮੈਕਸੀਕੋ ਜਾਓ ਹਫਤੇ ਵਾਸਤੇ ਤੇ ਉਹ ਵੈਰੀਫਾਈ ਕਰਦੇ. ਤੁਸੀਂ ਕਿਊਬਾ ਜਾਓ, ਫਿਲਹਾਲ ਤੁਸੀਂ ਕਿਊਬਾ ਨਹੀਂ ਜਾਣਾ ਚਾਹੀਦਾ, ਬਟ ਪਹਿਲਾਂ ਕਿਊਬਾ ਜਾਂਦੇ ਸੀਗੇ ਤੁਹਾਨੂੰ ਇੱਕ ਟਿਕਟ ਐਂਟਰੀ ਦੇ ਉੱਤੇ ਤੁਹਾਡਾ ਨਾਮ ਰੱਖ ਲੈਂਦੇ ਸੀਗੇ ਤੇ ਜਦੋਂ ਤੁਸੀਂ ਵਾਪਸ ਜਾਂਦੇ ਸੀਗੇ ਉਹੀ ਪਰਚੀ ਉਹਨਾਂ ਕੋਲ ਸੀਗੀ. ਸੋ ਉਹਨਾਂ ਨੂੰ ਪਤਾ ਸੀ
ਵੀ ਇਹ ਬੰਦਾ ਆਇਆ ਤੇ ਗਿਆ ਜੀ। ਸੋ ਇਹ ਬੜੀ ਹੈਰਾਨੀ ਵਾਲੀ ਗੱਲ ਆ ਵੀ ਕੈਨੇਡਾ ਕੋਲ ਇਹੋ ਜਿਹੀ ਸਿਸਟਮ ਹੈ ਨਹੀਂ ਤੇ ਹੁਣ ਤੱਕ 2026 ਦੇ ਵਿੱਚ ਉਹ ਗੱਲ ਕਰ ਰਹੇ ਆ। ਜਦੋਂ ਮੈਂ ਇਮੀਗ੍ਰੇਸ਼ਨ ਦੇ ਵਿੱਚ ਇਹ ਸ਼ੁਰੂ ਕੀਤੀ ਸੀਗੀ ਇਹ ਮੇਰੀ ਯਾਤਰਾ 2002 ਦੇ ਵਿੱਚ ਤੇ 2026 ਤੱਕ ਹੁਣ ਤੱਕ ਆਪਾਂ ਐਗਜ਼ਿਟ ਕੰਟਰੋਲ ਦੀ ਗੱਲ ਕਰ ਰਹੇ ਆ। So again, I guess I'll leave it with that muhavra. I'll believe it when I see it. ਇਹ ਵੀ ਗੱਲ ਠੀਕ ਹੈ। ਤੇ ਪ੍ਰੋਸੈਸਿੰਗ ਟਾਈਮ ਦੇ ਉੱਤੇ ਕੋਈ ਇਹਨਾਂ ਕੋਈ EMPLOYEES ਹੀ ਹੈ ਨਹੀਂ, ਪ੍ਰੋਸੈਸਿੰਗ ਟਾਈਮ ਦੇ ਉੱਤੇ ਕੋਈ ਇੰਪੈਕਟ ਪੈ ਰਿਹਾ ਜੀ ਕਿ ਬੁਰਾ ਹਾਲ ਹੀ ਹੈ? ਮਿਨਿਸਟਰ ਲੀਨਾ ਦਿਆਬ ਕਹਿ ਰਿਹਾ ਕਿ ਜਿਹੜੇ ਵੀ ਉਹ ਕੱਟਬੈਕਸ ਕਰ ਰਹੇ ਆ ਜੋ ਵੀ ਉਹ ਕਰਮਚਾਰੀ ਉਹ ਕਹਿ ਰਹੇ ਵੀ ਆਪਾਂ ਘੱਟੋ ਘੱਟ 3000 ਆਪਾਂ ਹਟਾ ਰਹੇ ਆ ਵੀ ਉਹ ਪ੍ਰੋਸੈਸਿੰਗ ਦੇ ਉੱਤੇ ਨਹੀਂ ਜ਼ਿੰਮੇਵਾਰ। ਮਗਰ ਜਿਹੜੇ ਮੀਡੀਆ ਰਿਪੋਰਟਸ ਮਿਲ ਰਹੇ ਆ ਫਰਮ ਦ ਯੂਨੀਅਨ ਜਾਂ ਜਿਹੜੇ ਵਰਕਰਸ ਹੈਗੇ ਆ ਉਹ ਕਹਿ ਰਿਹਾ ਵੀ ਇਹ ਕੱਟਸ ਪ੍ਰੋਸੈਸਿੰਗ ਦੇ ਉੱਤੇ ਇੰਪੈਕਟ ਹੋਊਗਾ ਤੇ ਮੇਰੇ ਖਿਆਲ ਦੇ ਵਿੱਚ ਪ੍ਰੋਸੈਸਿੰਗ ਦੇ ਉੱਤੇ ਇੰਪੈਕਟ ਹੋਊਗਾ ਕਿਉਂਕਿ ਜਦੋਂ ਕੋਈ ਤਜਰਬੇਕਾਰ ਆਫਿਸਰ ਉਹਨੂੰ ਹਟਾਉਂਗੇ ਜਾਂ ਉਹ ਰਿਟਾਇਰਮੈਂਟ ਹੋ ਰਿਹਾ ਅਗੇਨ ਟ੍ਰੇਨਿੰਗ ਹੈਗੀ ਦੂਸਰਾ ਕਰਮਚਾਰੀ ਇੰਨਾ ਪ੍ਰੋਡਕਟਿਵ ਹੋਊਗਾ ਕਿ ਨਹੀਂ ਹੋਊਗਾ। ਐਂਡ ਅਗੇਨ ਬਾਕੀ ਸਾਰੇ ਹੋਰ ਵੀ ਇਸ਼ੂਜ਼ ਹੈਗੇ ਜੇ ਤੁਹਾਡੀ IT ਜੇ ਤੁਸੀਂ IT ਦੇ ਵਿੱਚ ਥੋੜ੍ਹੀ ਕੱਟ ਬੈਕ ਕਰ ਰਹੇ ਹੋ ਜੇ ਕੰਪਿਊਟਰ ਸਿਸਟਮਸ ਡਾਊਨ ਜਾ ਰਹੇ ਜਾਂ ਪੋਰਟਲਸ ਡਾਊਨ ਜਾ ਰਹੇ ਆ ਆਫ ਕੋਰਸ ਉਹ ਵੀ ਇੰਪੈਕਟ ਹੋਊਗਾ ਔਨ ਪ੍ਰੋਸੈਸਿੰਗ। And ਅਸੀਂ ਦੇਖ ਰਹੇ ਹਾਂ that processing times have gone up. For example, refugee backlog ਵਿੱਚ 1 ਲੱਖ ਤੋਂ ਉੱਤੇ refugees ਉਹਨਾਂ ਦਾ hearing schedule ਪਰ ਨਹੀਂ ਕਰ ਸਕਦੇ ਜਾਂ processing ਨਹੀਂ ਹੋ ਸਕਦੀ ਕਿਉਂਕਿ ਉਹਨਾਂ ਦੀ security check ਨਹੀਂ ਹੋਈ। Oh. So that's just one example, ਇੱਕ ਮਿਸਾਲ ਦੇ ਤੌਰ ਤੇ। ਹੋਰ ਵੀ ਹੈਗੇ ਹੁਣ in Canada spousal sponsorship ਤੁਸੀਂ ਵਿਆਹ ਕਰਦੇ ਹੋ ਤੁਸੀਂ sponsorship ਲਾਉਂਗੇ sponsorship inside Canada ਘੱਟੋ ਘੱਟ 20-24 ਮਹੀਨੇ ਲੱਗ ਰਹੇ ਕਰੀਬ 2 ਸਾਲ for in Canada spousal sponsorship ਜਿਹੜਾ ਆਪਾਂ ਪਹਿਲਾਂ ਦੇਖ ਚੁੱਕੇ 8 ਤੋਂ ਲੈ ਕੇ 12 ਮਹੀਨੇ ਦੇ ਵਿੱਚ ਹੋ ਸਕਦਾ। ਓਹੋ। ਤੇ ਜਿਹੜੀ ਇਮੀਗ੍ਰੈਂਟਸ ਦੇ ਨੂੰ ਲੈ ਕੇ ਜਿਹੜੀ ਹੌਸਟਿਲਿਟੀ ਵੱਧਦੀ ਜਾ ਰਹੀ ਹੈ ਉਹਦੇ ਵਾਸਤੇ ਇਹ ਵੀ ਸਵਾਲ ਮੈਂ ਜੇਸਨ ਕੈਨੀ ਨੂੰ ਵੀ ਪੁੱਛਿਆ ਸੀ ਕਿ ਇਮੀਗ੍ਰੈਂਟਸ ਇਹਦੇ ਵਾਸਤੇ ਰਿਸਪੌਂਸੀਬਲ ਆ ਕਿ ਪਾਲਿਸੀਜ਼ ਰਿਸਪੌਂਸੀਬਲ ਆ ਤੇ ਹੌਸਟਿਲਿਟੀ ਵੱਧਦੀ ਜਾ ਰਹੀ ਹੈ ਸਾਰੇ ਦੇਸ਼ ਦੇ ਵਿੱਚ। I guess ਨਾਗਰ ਸਾਹਿਬ I guess ਉਹਨਾਂ ਨੇ ਵੀ ਕੁਝ ਹੱਦ ਤੱਕ ਉਹਨਾਂ ਨੇ ਇਹਦਾ ਜਵਾਬ ਤਾਂ ਉਹਨਾਂ ਨੇ ਦਿੱਤਾ ਸੀਗਾ but I guess ਇੱਕ ਹੱਦ ਦੇ ਨਾਲ ਤਾਂ ਤਾਲੇ ਨਹੀਂ ਵੱਜਦੀ। ਜੀ two aspects to this. ਇੱਕ ਤਾਂ Trudeau era ਦਾ open border ਉਹਨਾਂ ਨੇ ਬਹੁਤ ਸਾਰੇ ਲੋਕੀ temporary resident ਦੇ ਤੌਰ ਤੇ ਇੱਥੇ ਆਮੰਤਰਿਤ ਕੀਤਾ। That's one part of it. ਦੂਸਰੇ ਪਾਸੇ at the same time rising ਜਿਹੜੇ health care access ਤੇ ਬਾਕੀ you have the housing costs. Again, healthcare infrastructure ਜੇ 1988 ਦੇ ਵਿੱਚ ਪਿਛਲਾ ਹਸਪੀਟਲ ਬਣਾਇਆ ਐਡਮਿੰਟਨ ਦੇ ਵਿੱਚ healthcare access and you have housing. Again, housing ਵੀ ਕੋਈ ਨਵੀਂ ਗੱਲ ਨਹੀਂ ਹੈਗੀ but again you have the bad policy. So bad policies that DLIs ਜਿਹੜੇ colleges ਹੈਗੇ ਆ Conestoga from Ontario plus the housing plus the healthcare ਇਹ ਸਾਰੇ ਚੀਜ਼ਾਂ ਮਿਲ ਮਿਲਾ ਕੇ and then again ਹੁਣ ਕੈਨੀ ਸਾਹਿਬ ਨੇ ਇਹ ਵੀ ਕਿਹਾ ਨਾਲ ਦੇ ਨਾਲ ਸਟੂਡੈਂਟਸ YouTube ਦੇ ਉੱਤੇ TikTok ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਉਹ ਜਾ ਰਹੇ ਆ ਤੇ ਉਹ ਕਹਿ ਰਹੇ ਵੀ ਤੁਹਾਨੂੰ ਆਹ ਸਹੂਲਤ ਕਿਵੇਂ ਮਿਲ ਸਕਦੀ ਆ। Yes. Right? And again ਸਾਨੂੰ ਪਤਾ ਵੀ ਜਾਂ ਤਾਂ ਉਹ ਫੂਡ ਬੈਂਕ ਜਾਂਦੇ ਆ ਜਾਂ ਆਫ ਕੋਰਸ ਗੁਰਦੁਆਰਾ ਗੁਰੂ ਘਰ ਵੀ ਜਾਂਦੇ ਸੀਗੇ ਲੰਗਰ ਵਾਸਤੇ ਬਟ ਫੂਡ ਬੈਂਕ ਜਾ ਰਹੇ ਪਰ ਉਹ ਕਹਿ ਰਹੇ ਵੀ ਇੱਥੇ ਆਪਾਂ ਫ੍ਰੀ ਫੂਡ ਕਿਵੇਂ ਮਿਲ ਰਿਹਾ ਐਂਡ ਆਫ ਕੋਰਸ ਐਕਸਟੋਰਸ਼ਨ ਆ ਜਿਹੜੇ ਐਕਸਟੋਰਸ਼ਨ ਦਾ ਜਿਹੜਾ ਕ੍ਰਾਈਮ ਵੇਵ ਹੈਗਾ ਅਗੇਨ ਇੰਡੀਅਨ ਨੈਸ਼ਨਲਸ ਜ਼ਿਆਦਾ ਤੋਂ ਜ਼ਿਆਦਾ ਲੁਕਸ ਲਾਈਕ ਪੰਜਾਬੀ ਔਰ ਹਰਿਆਣਾ ਸਾਈਡ ਸੋ ਇੱਕ ਹੱਥ ਨਾਲ ਤਾਲੀ ਨਹੀਂ ਵੱਜਦੀ ਐਟ ਦ ਸੇਮ ਟਾਈਮ ਐਂਡ ਅਗੇਨ ਜੇ ਤੁਸੀਂ ਇੰਨਾ ਇਨਟੇਕ ਲਓਗੇ ਇੰਨੇ ਲੱਖੋਂ ਬੰਦੇ ਲਓਗੇ ਜਸਟ ਐਜ਼ ਅ ਮੈਟਰ ਆਫ ਮੈਥ ਜੀ which percentage criminal tendencies ਤਾਂ ਹੋਣਗੇ right and again, we have to show that the system is well managed ਵੀ ਜੋ ਜੁਰਮ ਦਾ ਕੋਈ ਨਾ ਕੋਈ ਅਪਰਾਧੀ ਹੈਗਾ ਵੀ ਉਹਨਾਂ ਦਾ ਪ੍ਰੋਸੈਸਿੰਗ ਜਲਦ ਤੋਂ ਜਲਦ ਹੋਣਾ ਚਾਹੀਦਾ ਤੇ ਉਹਨਾਂ ਦਾ ਰਿਮੂਵਲ ਵੀ ਹੋਣੀ ਚਾਹੀਦੀ ਆ so it's two-way system. Both sides to some degree. ਤੇ final words ਰਾਜ ਜੀ ਅਖੀਰ ਚ ਕੀ ਕਹੋਗੇ? ਅਖੀਰ ਦੇ ਚਨਾਗਰ ਸਾਹਿਬ ਆ ਜਿਹੜੇ ਹੈਲਥ ਕੇਅਰ ਕੱਟ ਆ ਜਿਹੜੇ ਕਰਮਚਾਰੀ ਹੈਗੇ ਇਹ ਕੋਈ ਵੱਡੀ ਗੱਲ ਨਹੀਂ ਹੋਗੀ ਇਹ ਸਾਰੇ ਯੰਗ ਆ 18 ਤੋਂ ਲੈ ਕੇ 30 ਸਾਲ ਤੋਂ ਜ਼ਿਆਦਾ ਇਹ ਹੈਲਥ ਕੇਅਰ ਸਿਸਟਮ ਦੇ ਉੱਤੇ ਬੋਝ ਹੈ ਨਹੀਂ ਮਗਰ ਆ ਜਿਹੜਾ ਕੱਟ ਹੈਗਾ it's just another data point ਆ ਗਵਰਨਮੈਂਟ ਖਾਸ ਕਰਕੇ
ਇਹਨਾਂ ਵਾਸਤੇ ਪਬਲਿਕ ਸੈਂਟੀਮੈਂਟ ਤੇ ਪੋਲਿਟਿਕਸ ਹੁਣ ਮੂੰਹ ਮੋੜੀ ਜਾਂਦਾ from temporary residence. Just one more data point, unfortunately. बहुत मेहरबानी राज जी, थैंक यू वेरी मच फॉर ज्वाइनिंग अस एंड गिविंग अस टाइम. बहुत मेहरबानी. Pleasure. थैंक यू सर, थैंक यू.